ਸੁਧੀਰ ਸੂਰੀ ਵਿਵਾਦਾਂ ਦੇ ਨਾਲ ਜੁੜਿਆ ਨਾਮ ਸੁਧੀਰ ਸੂਰੀ ਸ਼ਿਵ ਸੈਨਾ ਦੇ ਪੰਜਾਬ ਪ੍ਰਧਾਨ ਸੁਧੀਰ ਸੂਰੀ ਇੱਕ ਵਾਰੀ ਫੇਰ ਵਿਵਾਦਾਂ ਦੇ ਵਿੱਚ ਨਜ਼ਰ ਆ ਰਹੇ ਨੇ ਕਿਉਂਕਿ ਬੀਤੇ ਕੱਲ ਹੀ ਜੇਲ੍ਹ ਦੇ ਵਿੱਚੋਂ ਛੁੱਟ ਕੇ ਆਏ ਨੇ। ਆਖਿਰ ਜੇਲ੍ਹ ਤੋਂ ਛੁੱਟ ਕੇ ਆਏ ਨੇ ਤੇ ਜਾਣਾ ਕਿਉਂ ਪਿਆ, ਇਹ ਸਵਾਲ ਅਸੀਂ ਸੁਧੀਰ ਸੂਰੀ ਕੋਲ ਜਾਣ ਲੈਂਦੇ ਹਾਂ। ਸੂਰੀ ਜੀ, ਜੇਲ੍ਹ ਕਿਉਂ ਜਾਣਾ ਪੈ ਗਿਆ? ਪਹਿਲੇ ਵੀ ਤੁਸੀਂ ਜੇਲ੍ਹ ਗਏ ਸੀ, ਵਿਵਾਦਾਂ ਵਿੱਚ ਘਿਰ ਗਏ ਸੀ, ਕਰੀਬ 3 ਮਹੀਨੇ ਦੀ ਜੇਲ੍ਹ ਲਗਾ ਕੇ ਆਏ ਸੀ ਤੇ ਫਿਰ ਇੱਕ ਵਾਰੀ ਦੁਬਾਰਾ ਤੁਹਾਨੂੰ ਜੇਲ੍ਹ ਜਾਣਾ ਪਿਆ। ਆਖਿਰ ਕਾਰਨ ਕੀ ਹੈ? ਕੀ ਗਲਤੀਆਂ ਤੁਹਾਡੇ ਕੋਲ ਬਾਰ-ਬਾਰ ਹੁੰਦੀਆਂ ਜਿਹੜੀਆਂ ਜੇਲ੍ਹ ਦਾ ਰਸਤਾ ਦਿਖਾ ਦਿੰਦੀਆਂ? ਪਹਿਲਾਂ ਤਾਂ ਮੈਂ ਜੈ ਸ਼੍ਰੀ ਰਾਮ ਕਹਾਂਗਾ ਸਾਰੇ ਭਰਾਵਾਂ ਨੂੰ। ਦੂਸਰੀ ਗੱਲ, ਤੁਸੀਂ ਮੈਨੂੰ ਸਵਾਲ ਕੀਤਾ ਕਿ ਮੈਂ ਜੇਲ੍ਹ ਕਿਉਂ ਗਿਆ ਸੀ। ਜੇਲ੍ਹ ਕੋਈ ਆਪਣੀ ਮਰਜ਼ੀ ਨਾਲ ਤਾਂ ਜਾਂਦਾ ਨਹੀਂ, ਤੇ ਜਦੋਂ ਅਸੀਂ ਆਪਣੇ ਸਮਾਜ ਦਾ ਆਪਣੇ ਧਰਮ ਦਾ ਕੰਮ ਕਰਾਂਗੇ ਤੇ ਜੇਲ੍ਹ ਦੇ ਨਾਲ ਰਿਸ਼ਤੇਦਾਰੀ ਤੇ ਤੁਹਾਨੂੰ ਕੱਢਣੀ ਪੈਣੀ ਹੈ, ਚਾਹੇ ਕੁਛ ਵੀ ਹੋ ਜਾਵੇ। ਇਸ ਵਾਰੀ ਮੈਂ ਦੇਖੋ 3-4 ਵਾਰੀ ਜੇਲ੍ਹ ਜਾ ਚੁੱਕਿਆ, ਮੈਨੂੰ ਕਦੀ ਨਮੋਸ਼ੀ ਨਹੀਂ ਹੋਈ, ਲੇਕਿਨ ਇਸ ਵਾਰੀ ਮੈਨੂੰ ਨਮੋਸ਼ੀ ਇਸ ਗੱਲ ਦੀ ਹੈ ਕਿ ਮੇਰੇ ਤੇ ਇੱਕ ਬੇਬੁਨਿਆਦ ਝੂਠਾ ਪਰਚਾ ਦੇ ਕੇ ਪੁਲਿਸ ਪ੍ਰਸ਼ਾਸਨ ਨੇ ਧੱਕਾ ਕਰਕੇ ਮੈਨੂੰ ਅੰਦਰ ਭੇਜਿਆ, ਜੋ ਕਿ ਸਰਾਸਰ ਬੇਇਨਸਾਫੀ ਹੈ ਔਰ ਗਲਤ ਹੈ। ਮੈਂ ਧੱਕਾ ਹੀ ਅਸੀਂ ਜਾਣਨਾ ਚਾਹੁੰਦੇ, ਧੱਕਾ ਕੀ ਕੀਤਾ? ਕਿ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਿਹੜਾ ਉਸ ਵੈਸੇ ਕਿਸੇ ਨੂੰ ਜੇਲੇ ਨਹੀਂ ਭੇਜ ਸਕਦਾ ਜਦੋਂ ਤੱਕ ਕੋਈ ਗਲਤੀ ਨਾ ਹੋਵੇ, ਕਿਉਂਕਿ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਪੰਜਾਬ ਪੁਲਿਸ ਕੋਈ ਵੀ ਕੰਮ ਕਰਦੀ ਹੈ। ਤੁਹਾਡੇ ਕੋਲ ਗਲਤੀ ਕੋਈ ਹੋਈ ਹੋਏਗੀ ਜਿਹਦੀ ਵਜ੍ਹਾ ਕਰਕੇ ਜੇਲ੍ਹ ਜਾਣਾ ਪਿਆ, ਕਿ ਨਜਾਇਜ਼ ਤੁਹਾਨੂੰ ਜੇਲ੍ਹ ਪਈ? ਦੇਖੋ, ਇਹ ਵੀ ਤੁਹਾਡੀ ਗੱਲ ਠੀਕ ਹੈ ਕਿ ਮੇਰੇ ਕੋਲ ਕੋਈ ਗਲਤੀ ਹੋਈ ਹੋਏਗੀ, ਜਿਹੜਾ ਪੁਲਿਸ ਪ੍ਰਸ਼ਾਸਨ ਨੇ ਮੇਰੇ ਤੇ FIR ਕੀਤੀ ਤੇ ਮੈਨੂੰ ਅੰਦਰ ਭੇਜਿਆ। ਤੇ ਗਲਤੀ ਦੀ ਜਾਂਚ ਕਰਨਾ ਵੀ ਪੁਲਿਸ ਪ੍ਰਸ਼ਾਸਨ ਦਾ ਕੰਮ ਹੈ ਕਿ ਪੁਲਿਸ ਪ੍ਰਸ਼ਾਸਨ ਜਾਂਚ ਕਰੇ ਕਿ ਇਸ ਬੰਦੇ ਨੇ ਗਲਤੀ ਕੀਤੀ ਹੈ ਕਿ ਨਹੀਂ ਕੀਤੀ, ਕਿ ਕਿਸੇ ਨੇ ਸ਼ਰਾਰਤ ਕੀਤੀ ਹੈ। ਉਹਦੀ ਜਾਣਕਾਰੀ ਤੋਂ, ਉਹਦੀ ਤਹਿਕੀਕਾਤ ਕਰਨ ਤੋਂ ਬਿਨਾਂ ਅੰਦਰ ਭੇਜਣਾ ਵੀ ਤੇ ਇੱਕ ਗੁਨਾਹ ਹੈ ਨਾ। ਬਾਕੀ ਸਵਾਲ ਮੈਂ ਫਿਰ ਤੁਹਾਡੇ ਕੋਲ ਪੁੱਛਾਂਗਾ, ਪਹਿਲੇ ਦੱਸੋ ਹੋਇਆ ਕੀ ਸੀ, ਕਦੋਂ ਤੁਹਾਨੂੰ ਜਾਣਾ ਪਿਆ ਸੀ, ਕਿਹੜੇ ਦਿਨ ਗਏ ਸੀ? ਮੈਂ ਉਸੇ ਗੱਲ ਤੇ ਆ ਰਿਹਾ, ਮੈਂ ਦੇਖੋ 3 ਤਰੀਕ ਨੂੰ ਆਪਣੇ ਬੈਂਕ ਦਾ ਕੰਮ ਕਰਕੇ ਤੇ ਮੈਂ ਨਿਕਲਿਆ ਬੈਂਕ ਚੋਂ, ਆਪਣੇ ਘਰ ਆ ਗਿਆ ਇੰਪੈਕਟ ਪਾਰਕਸ ਦੇ ਵਿੱਚ। ਘਰ ਪਹੁੰਚਿਆ ਤੇ ਮੈਂ ਨਹਾ ਧੋ ਕੇ ਪਾਠ ਕਰਕੇ ਉੱਠਿਆ ਤੇ ਮੈਨੂੰ ਮੇਰੇ ਗਾਰਡ ਦੇ PSO ਨੇ ਕਿਹਾ ਜੀ ਬਾਹਰ ਤੁਹਾਨੂੰ ਸਿਕਿਉਰਿਟੀ ਚੈੱਕ ਕਰਨ ਵਾਸਤੇ ਅਫਸਰ ਆਏ ਨੇ ਤੇ ਤੁਸੀਂ ਆ ਕੇ ਇੱਕ ਵਾਰੀ ਮਿਲ ਲਓ। ਮੈਂ ਉਹਨਾਂ ਨੂੰ ਕਿਹਾ ਜੀ ਮੈਂ ਕਿਹਾ ਯਾਰ ਉਹਨਾਂ ਨੇ ਸਿਕਿਉਰਿਟੀ ਚੈੱਕ ਕਰਨੀ ਤੇ ਕਰ ਲੈਣ, ਮੇਰਾ ਉਹਦੇ 'ਚ ਕੀ ਰੋਲ ਹੈ। ਲੇਕਿਨ ਮੈਨੂੰ ਉਹਨਾਂ ਨੇ ਅੰਦਰ ਬੁਲਾ ਲਿਆ, ਮੈਨੂੰ ਉਹਨਾਂ ਨੇ ਬਾਹਰ ਬੁਲਾ ਲਿਆ। ਬਾਹਰ ਬੁਲਾ ਕੇ ਤੇ ਉਹਨਾਂ ਨੇ ਮੈਨੂੰ ਬਾਹਰ ਬੁਲਾ ਕੇ ਤੇ SHO ਰਿਸ਼ਪਾਲ ਸਿੰਘ ਜੀ ਸੀਗੇ ਤੇ ਸ਼ਮਸ਼ੇਰ ਸਿੰਘ SI ਸੀਗਾ। ਉਹ ਮੈਨੂੰ ਪਹਿਲਾਂ ਤੇ ਸ਼ਮਸ਼ੇਰ ਸਿੰਘ ਹੋਣੀ ਮਿਲੇ, ਮੈਂ ਚਲੋ ਹੈਲੋ ਹਾਈ ਹੋਈ। ਫਿਰ ਉਹਨੇ ਕਿਹਾ ਜੀ SHO ਸਾਹਿਬ ਬੈਠੇ ਨੇ, ਤੁਸੀਂ ਉਹਨਾਂ ਨੂੰ ਮਿਲ ਲਓ। SHO ਸਾਹਿਬ ਨੂੰ ਮੈਂ ਮਿਲਿਆ, ਮੈਨੂੰ ਉਹਨਾਂ ਨੇ ਕਿਹਾ ਜੀ, ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਆਜੋ ਅੰਦਰ ਬੈਠੋ, ਠੰਡਾ ਠੰਡਾ ਚਾਹ ਚੂ ਪੀਂਦੇ ਆ, ਕਿਉਂਕਿ ਉਸ ਵੇਲੇ ਕੋਈ ਗੱਲ ਕਿਸੇ ਨੂੰ ਵੀ ਨਹੀਂ ਸੀ ਪਤਾ। ਤੇ ਮੈਨੂੰ ਉਹਨਾਂ ਨੇ ਕਿਹਾ ਨਹੀਂ ਆਜੋ 2 ਮਿੰਟ ਕਾਰ 'ਚ ਹੀ ਬੈਠ ਕੇ ਗੱਲ ਕਰ ਲੈਂਦੇ। ਜੋ ਲਫ਼ਜ਼ ਉਹਨਾਂ ਨੇ ਮੈਨੂੰ ਕਹੇ, ਮੈਂ ਉਹਨਾਂ ਦੀ ਕਾਰ ਦੇ ਵਿੱਚ ਪਿਛਲੀ ਸੀਟ 'ਤੇ ਬੈਠ ਗਿਆ। ਬੈਠੇ ਹੀ ਆ ਤੇ ਨਾਲ ਹੀ ਇੱਕ ਲੈਫਟ ਤੋਂ ਇੱਕ ਰਾਈਟ ਤੋਂ 2 ਮੁਲਾਜ਼ਮ ਇਹਨਾਂ ਦੇ SI ਕਿ ASI ਸੀਗੇ, ਉਹਨਾਂ ਨੇ ਮੈਨੂੰ ਸੈਂਟਰ 'ਚ ਕਰਕੇ ਤੇ ਬੈਠ ਗਏ। ਤੇ ਮੈਂ ਕਿਹਾ ਤੁਸੀਂ ਇਹ ਕੀ ਮੇਰੀ ਰੈਸਟ ਪਾ ਰਹੇ ਹੋ? ਰਿਸ਼ਪਾਲ ਸਿੰਘ ਨੇ ਕਿਹਾ ਆਹੋ ਰੈਸਟ ਪਾ ਰਿਹਾ। ਮੈਂ ਕਿਹਾ ਕਿਸ ਕੇਸ ਦੇ ਵਿੱਚ ਮੇਰੀ ਰੈਸਟ ਪਾ ਰਹੇ ਹੋ, ਮੈਨੂੰ ਦੱਸੋ ਵੀ ਮੈਂ ਕੀਤਾ ਕੀ, ਮੇਰਾ ਗੁਨਾਹ ਕੀ ਹੈ। ਉਹਨਾਂ ਨੇ ਕਿਹਾ ਜੀ ਤੁਸੀਂ ਇੱਕ ਪੋਸਟ ਪਾਈਏ। ਮੈਂ ਕਿਹਾ ਜੀ ਮੈਂ ਕੋਈ ਪੋਸਟ ਨਹੀਂ ਪਾਈ। ਜੇ ਮੈਂ ਪੋਸਟ ਪਾਈਏ ਤਾਂ ਮੈਨੂੰ ਪੋਸਟ ਦਿਖਾਓ, ਜੇ ਤੁਹਾਡੇ ਕੋਲ ਮੇਰੇ ਵਾਰੰਟ ਹੈਗੇ ਨੇ ਮੈਨੂੰ ਵਾਰੰਟ ਦਿਖਾਓ, ਕਿਸ ਆਧਾਰ ਦੇ ਉੱਪਰ ਮੈਨੂੰ ਲੈ ਕੇ ਚੱਲਿਓ। ਇਹਨਾਂ ਦੇ ਕੋਲ ਟੋਟਲ 17 ਤੋਂ 18 ਗੱਡੀਆਂ ਸੀਗੀਆਂ ਜਿਹੜੀਆਂ ਇਹਨਾਂ ਦੇ ਨਾਲ ਆਈਆਂ ਸੀਗੀਆਂ, ਜਿਹੜੀ ਇੰਨੀ ਫੋਰਸ ਹੈ ਲੈ ਕੇ ਆਏ ਸੀਗੇ। ਇਹਨਾਂ ਨੇ ਮੇਰੀ ਨਹੀਂ ਸੁਣੀ, ਉਹ ਗੱਡੀ ਲੈ ਕੇ ਤੇ ਜੜਿਆਲੇ ਥਾਣੇ ਵਾਸਤੇ ਚੱਲ ਪਏ। ਰਸਤੇ 'ਚ ਬਾਹਰ ਗੱਡੀ ਖੜੀ ਕਰਕੇ ਇਹਨਾਂ ਨੇ ਮੇਰਾ ਮੋਬਾਈਲ ਸੀਗਾ ਮੇਰੇ ਕੋਲ, ਮੇਰਾ ਮੋਬਾਈਲ ਲੈ ਲਿਆ, ਮੇਰੀ ਇੱਕ ਅੰਗੂਠੀ ਸੀਗੀ, ਅੰਗੂਠੀ ਲੈ ਲਈ, ਕੁਛ ਪੈਸੇ ਸੀਗੇ ਮੇਰੀ ਜੇਬ ਦੇ ਵਿੱਚ, ਉਹ ਮੇਰੇ ਕੋਲੋਂ SHO ਸਾਹਿਬ ਨੇ ਲੈ ਲਏ ਤੇ ਮੈਨੂੰ ਜੜਿਆਲੇ ਥਾਣੇ ਲੈ ਗਿਆ। ਮੇਰਾ ਬਾਰ-ਬਾਰ ਮੈਂ ਇਹਨਾਂ ਨੂੰ ਇੱਕੋ ਸਵਾਲ ਕਰਦਾ ਕਿ ਮੈਨੂੰ ਮੇਰੀ ਗਲਤੀ ਦੱਸੋ, ਮੈਂ ਕਿਹੜੀ ਫੇਸਬੁੱਕ 'ਤੇ ਪਾਈ ਹੈ, ਮੈਨੂੰ ਚੀਜ਼ ਤੇ ਦਿਖਾਓ, ਮੈਨੂੰ ਪਤਾ ਤਾਂ ਲੱਗੇ ਮੈਂ ਕੀ ਗਲਤੀ ਕੀਤੀ ਹੈ। ਇਹਨਾਂ ਨੇ ਮੈਨੂੰ ਨਹੀਂ ਦਿਖਾਈ। ਇਹਨਾਂ ਨੇ ਸਿਰਫ ਮੈਨੂੰ ਕਿਹਾ ਜੀ ਰਿਸ਼ਪਾਲ ਸਿੰਘ ਨੇ ਕਿ ਤੁਸੀਂ ਇੱਕ ਪਾਈਏ ਕੋਈ ਪੋਸਟ ਕਿ 1800 1900
ਉਹ ਜਮਾਤੀਏ ਨੇ ਜਿਹੜੇ ਕਿ ਉੱਥੋਂ ਫੜੇ ਗਏ ਨੇ, ਉਹਨਾਂ ਨੂੰ ਮਾਰ ਦੇਣਾ ਚਾਹੀਦਾ, ਗੋਲੀ ਮਾਰ ਦੇਣੀ ਚਾਹੀਦੀ ਹੈ। ਇਹ ਰਛਪਾਲ ਸਿੰਘ ਉਹਨਾਂ ਨੇ ਮੈਨੂੰ ਦੱਸਿਆ ਕਿ ਉਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ ਤੇ ਆਪਣੇ ਹਿੰਦੁਸਤਾਨ ਦੀ ਆਬਾਦੀ 100 ਕਰੋੜ ਦੇ 125 ਕਰੋੜ ਜਿਹੜੀ ਆਬਾਦੀ ਉਹਨੂੰ ਬਚਾ ਲੈਣਾ ਚਾਹੀਦਾ। ਮੈਂ ਕਿਹਾ ਜੀ ਮੈਂ ਨਹੀਂ ਪਾਈ, ਮੇਰੀ ਫੇਸਬੁੱਕ ਤੇ ਮੈਨੂੰ ਦਿਖਾਓ। ਇਹਨਾਂ ਨੇ ਮੈਨੂੰ ਕੁਝ ਨਹੀਂ ਦਿਖਾਇਆ। ਔਰ 12 ਵਜੇ ਦਾ ਮੈਨੂੰ ਮੇਰੇ ਘਰੋਂ ਚੁੱਕ ਕੇ ਲੈ ਕੇ ਗਏ ਹੋਏ, ਇਹਨਾਂ ਨੇ ਦੁਪਹਿਰ ਤੱਕ ਮੈਨੂੰ 12 ਤੋਂ ਲੈ ਕੇ ਤੇ ਕੋਈ ਕਰੀਬ 3:30 ਵਜੇ ਤੱਕ ਮੈਨੂੰ ਉੱਥੇ ਬਿਠਾਈ ਰੱਖਿਆ। ਫਿਰ ਪੁਲਿਸ ਲੈਣ ਲੈ ਆਏ GT ਰੋਡ ਤੇ, 2 2.5 3 ਘੰਟੇ ਉੱਥੇ ਬਿਠਾਈ ਰੱਖਿਆ। 6:30 ਵਜੇ ਫਿਰ ਇਹਨਾਂ ਨੇ ਮੈਨੂੰ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕਰਕੇ ਤੇ ਮੇਰੇ ਨਾਲ ਮੈਨੂੰ 295A ਲਾ ਕੇ ਤੇ ਮੈਨੂੰ ਜੇਲ੍ਹ 'ਚ ਭੇਜਤਾ। ਉੱਥੋਂ ਮੈਨੂੰ ਇਹਨਾਂ ਨੇ ਅੰਮ੍ਰਿਤਸਰ ਜੇਲ੍ਹ 'ਚ ਖੜਿਆ। ਅੰਮ੍ਰਿਤਸਰ ਜੇਲ੍ਹ ਪ੍ਰਸ਼ਾਸਨ ਨੇ ਮੈਨੂੰ ਨਹੀਂ ਲਿੱਤਾ। ਉੱਥੋਂ ਲੈ ਕੇ ਮੈਨੂੰ ਜੰਡਿਆਲੇ ਥਾਣੇ ਨਾਈਟ ਉੱਥੇ ਹਵਾਲਾਤ ਦੇ ਵਿੱਚ ਰੱਖ ਕੇ ਕਿਸੇ ਹਵਾਲਾਤੀ ਦੇ ਨਾਲ ਮੈਨੂੰ ਰਾਤ ਪਾਤਾ ਕਿ ਜਿਹੜਾ ਮੈਨੂੰ ਇੱਕ ਪਾਸੇ ਸਰਕਾਰ ਸਿਕਿਉਰਟੀ ਇੰਨੀ ਪ੍ਰਦਾਨ ਕਰ ਰਹੀ ਹੈ ਕਿ ਮੈਨੂੰ ਜਗ੍ਹਾ ਜਗ੍ਹਾ ਪੈਰ ਪੈਰ ਤੇ ਖਤਰਾ ਹੈ ਜੋ ਸਰਕਾਰ ਦੀ ਬਾਣੀ। ਔਰ ਮੈਨੂੰ ਖੈਰ ਮੈਸੇਜ ਵੀ ਆਉਂਦੇ, ਧਮਕੀਆਂ ਵੀ ਆਉਂਦੀਆਂ ਰਹਿੰਦੀਆਂ। ਦੂਜੇ ਪਾਸੇ ਇਹੋ ਜਿਹੇ SHO ਨੇ ਰਛਪਾਲ ਸਿੰਘ ਵਰਗੇ ਕਿ ਜਿਨ੍ਹਾਂ ਨੇ ਕੁਛ ਨਹੀਂ ਤਹਿਕੀਕਾਤ ਕਰਕੇ ਮੇਰੇ ਤੇ ਇੱਕ ਝੂਠਾ FIR ਕੱਟ ਕੇ ਤੇ ਮੈਨੂੰ ਹਵਾਲਾਤ ਦੇ ਵਿੱਚ ਬੰਦ ਕਰਤਾ। ਸਵੇਰ ਦੇ ਇੱਕ ਬੰਦੇ ਨੂੰ ਚੁੱਕੀ ਹੋਇਆ, ਨਾ ਮੈਨੂੰ ਕੋਈ ਪਾਣੀ ਪਿਲਾਇਆ, ਨਾ ਇਹਨਾਂ ਨੇ ਕੋਈ ਚਾਹ ਤੇ ਨਾ ਕੋਈ ਰੋਟੀ ਮੁਹੱਈਆ ਕਰਾਈ। ਅਗਲੇ ਦਿਨ ਸਵੇਰੇ 7:30 ਵਜੇ ਮੇਰੇ ਕੋਲ ਰਛਪਾਲ ਸਿੰਘ ਜੀ ਦੁਬਾਰਾ ਆ ਕੇ ਤੇ ਮੈਨੂੰ ਕਹਿ ਰਹੇ ਨੇ ਜੀ ਤੁਹਾਡੀ ਗੱਡੀ ਨਹੀਂ ਆਈ। ਮੈਂ ਕਿਹਾ ਮੇਰੀ ਗੱਡੀ ਕਾਹਦੇ ਵਾਸਤੇ ਆਣੀ ਹੈ ਜੀ? ਕਹਿੰਦੇ ਤੁਹਾਡੀ ਗੱਡੀ ਤੁਹਾਨੂੰ ਹੁਸ਼ਿਆਰਪੁਰ ਛੱਡ ਕੇ ਆਣਾ। ਮੈਂ ਕਿਹਾ ਜੀ ਇਹ ਸਰਕਾਰ ਦਾ ਹੈਗਾ ਕਿ ਸਰਕਾਰ ਨੇ ਮੈਨੂੰ ਛੱਡ ਕੇ ਆਣਾ, ਮੈਂ ਦੀ ਗੱਡੀ ਕਿਉਂ ਜਾਏਗੀ? ਮੇਰੀ ਗੱਡੀ ਤੇ ਵੈਸੇ ਹੀ ਨੰਬਰ ਸਾਰਿਆਂ ਕੋਲ ਕੁਝ ਵੀ ਹੋ ਸਕਦਾ। ਕਹਿੰਦਾ ਨਹੀਂ ਚਲੋ ਤੁਹਾਡੀ ਗੱਡੀ ਤੇ ਜਾਵਾਂਗੇ ਤੇ ਆਪਾਂ ਆਰਾਮ ਨਾਲ ਚਲੇ ਜਾਵਾਂਗੇ, ਬੰਦੇ ਆਰਾਮ ਨਾਲ ਚਲੇ ਜਾਣਗੇ, ਤੁਹਾਨੂੰ ਛੱਡ ਕੇ ਤੇ ਗੱਡੀ ਵਾਪਸ ਆ ਜਾਏਗੀ। ਤੁਸੀਂ ਇਹ ਗੱਲ ਕਰੋ ਆਪਣੇ ਲੜਕੇ ਨਾਲ। ਮੈਂ ਆਪਣੇ ਲੜਕੇ ਨਾਲ ਇਹਨੇ ਮੈਨੂੰ ਫੋਨ ਮੁਹੱਈਆ ਕਰਾਇਆ, ਮੈਂ ਆਪਣੇ ਇਹਨਾਂ ਦੇ ਫੋਨ ਤੋਂ ਆਪਣੇ ਲੜਕੇ ਨਾਲ ਗੱਲ ਕੀਤੀ। ਮੈਂ ਨਹੀਂ ਉਹਨੂੰ ਕਿਹਾ ਕਿ ਤੂੰ ਗੱਡੀ ਲੈ ਕੇ ਆ। ਘੜੀ ਵੇਖ ਕੇ 10-15 ਮਿੰਟਾਂ ਬਾਅਦ ਰਛਪਾਲ ਸਿੰਘ ਹੋਣਾ ਨੇ ਮੇਰੇ ਲੜਕੇ ਨੂੰ ਦੁਬਾਰਾ ਫੋਨ ਕੀਤਾ ਕਿ ਤੂੰ ਮੈਂ ਉਹਦੇ ਲਫ਼ਜ਼ ਹੀ ਬੋਲ ਰਿਹਾ ਰਛਪਾਲ ਦੇ ਕਿ ਗੱਡੀ ਨਹੀਂ ਆਈ। ਉਹਨੇ ਕਿਹਾ ਕਿ ਸਰ ਗੱਡੀ ਕਿੱਥੇ ਲੈ ਕੇ ਆਣੀ? ਅੱਗੋਂ ਇਹਦਾ ਲਫ਼ਜ਼ ਸੀ ਢੱਠੇ ਖੂਹ ਦੇ ਵਿੱਚ। ਮਤਲਬ ਕਿ ਇੱਕ ਜੰਡਿਆਲਾ ਥਾਣਾ ਢੱਠਾ ਖੂਹ ਹੋ ਗਿਆ, ਢੱਠੇ ਖੂਹ 'ਚ ਲੈ ਕੇ ਆਣੀ ਹੈ। ਤੇ ਬਾਅਦ ਰਛਪਾਲ ਸਿੰਘ ਨੇ ਬੋਲਣਾ ਸ਼ੁਰੂ ਕਰਤਾ, ਉਹ ਧਮਕੀਆਂ ਤੱਕ ਲਾਤੀਆਂ ਕਿ ਤੈਨੂੰ ਵੀ ਦੇਖ ਲਾਂਗਾ, ਤੁਹਾਡੇ ਪਰਿਵਾਰ ਨੂੰ ਨਾ ਪੜ੍ਹਨੇ ਪਾਤਾ ਤੇ ਗੱਲ ਕਰਿਓ। ਮੈਨੂੰ ਨਹੀਂ ਸੀ ਉਸ ਵੇਲੇ ਪਤਾ ਕਿ ਮੇਰੇ ਲੜਕੇ ਨਾਲ ਗੱਲ ਕਰ ਰਹੇ। ਬਾਅਦ 'ਚ ਮੇਰੇ ਕੋਲ ਆਇਆ ਤੇ ਮੈਂ ਕਿਹਾ ਕਿਹਦੇ ਨਾਲ ਸਿਰ ਗਰਮੀ ਖਾਈ ਜਾਂਦੇ? ਕਹਿੰਦਾ ਤੇਰੇ ਮੁੰਡੇ ਨਾਲ। ਮੈਂ ਕਿਹਾ ਯਾਰ ਬੋਲਣ ਦਾ ਤਰੀਕਾ ਤੇ ਵੇਖੋ ਆਪਣਾ, ਆਪਾਂ ਕਿਸ ਤਰ੍ਹਾਂ ਬੋਲਦੇ ਪਏ ਕਿ ਖੋਤਾ ਘੋੜਾ ਬਰਾਬਰ ਕਰ ਦਈਦਾ। ਕੋਈ ਤਰੀਕਾ ਤੁਸੀਂ ਪਬਲਿਕ ਡੀਲਿੰਗ 'ਚ ਤਰੀਕੇ ਨਾਲ ਤੇ ਬੋਲਣਾ ਚਾਹੀਦਾ। ਕਹਿੰਦਾ ਮੈਂ ਅਨਪੜ੍ਹ, ਕਹਿੰਦਾ ਮੇਰਾ ਤਰੀਕਾ ਹੀ ਇਹੋ ਬੋਲਣ ਦਾ, ਮੇਰਾ ਆਪਣਾ ਕੰਮ ਕਰਨ ਦਾ ਤਰੀਕਾ। ਆਪਣੀ ਗੱਡੀ ਕੱਢੋ, ਆਪਣੇ ਮੁਲਾਜ਼ਮਾਂ ਨੂੰ ਕਿਹਾ। ਉਹਨਾਂ ਨੇ ਗੱਡੀ ਲਿਆਂਦੀ ਜੀ। ਇਹਨਾਂ ਨੇ ਮੈਨੂੰ 2 ਸਿਪਾਹੀ, ਇੱਕ SI ਤੇ ਇੱਕ ਡਰਾਈਵਰ ਦੇ ਨਾਲ 4 ਬੰਦਿਆਂ ਦੇ ਨਾਲ ਮੈਨੂੰ ਹੁਸ਼ਿਆਰਪੁਰ ਨੂੰ ਭੇਜਤਾ। ਮੈਂ ਬੈਠਣ ਤੋਂ ਪਹਿਲਾਂ ਇਹਨਾਂ ਨੂੰ ਸਵਾਲ ਕੀਤਾ, ਮੈਂ ਕਿਹਾ ਕਿ ਇੰਨੀ ਸਿਕਿਉਰਟੀ ਜਿੰਨੀ ਤੁਸੀਂ ਭੇਜ ਰਹੇ ਹੋ, ਇਹ ਇੰਨੀ ਵਾਲੀ ਸਿਕਿਉਰਟੀ ਜ਼ਿਆਦਾ ਨਹੀਂ? ਇੱਕ ਪਾਸੇ ਸਰਕਾਰਾਂ ਮੇਰੇ ਤੇ ਪਹਿਰਾ ਲਗਾ ਰਹੀਆਂ, ਸਰਕਾਰਾਂ ਮੈਨੂੰ ਕਹਿ ਰਹੀਆਂ ਕਿ ਤੁਸੀਂ ਘਰੋਂ ਨਿਕਲਦੇ ਦੱਸਣਾ ਵੇ ਕਿ ਰਸਤੇ ਦੇ ਵਿੱਚ ਸਿਕਿਉਰਟੀ ਟਾਈਟ ਕਰਨੀ ਹੈ। ਦੂਜੇ ਪਾਸੇ ਤੁਸੀਂ ਇਸ ਵੇਲੇ ਮੈਨੂੰ ਅਰੈਸਟ ਕਰਕੇ ਕਿ ਜਦ ਕਿ ਸਾਰੇ ਹਿੰਦੁਸਤਾਨ ਨੂੰ ਪਤਾ ਕਿ ਸੂਰੀ ਅਰੈਸਟ ਜੰਡਿਆਲੇ ਥਾਣੇ 'ਚ, ਤੇ ਤੁਸੀਂ ਮੈਨੂੰ ਲੈ ਕੇ ਤੇ ਉਹ 2 ਬੰਦਿਆਂ ਦੇ ਨਾਲ ਮੈਨੂੰ ਜੰਡਿਆਲੇ ਉੱਥੋਂ ਹੁਸ਼ਿਆਰਪੁਰ ਭੇਜ ਦਿਓ। ਰਸਤੇ 'ਚ ਕੁਝ ਵੀ ਹੋ ਸਕਦਾ। ਜੋ ਰਛਪਾਲ ਸਿੰਘ ਦੇ ਲਫ਼ਜ਼ ਸੀਗੇ, ਜੇ ਮੈਂ ਇਹਦੇ ਖਿਆਲ 'ਚ ਮੈਂ ਤੁਹਾਨੂੰ ਦੱਸਾਂ ਤੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ। ਤੇ ਸ਼ਾਇਦ ਜੇ ਤੁਸੀਂ ਸੋਚਿਆ ਹੋਵੇ ਕਿ ਤੁਹਾਡਾ ਪੁੱਤਰ ਜਾਂ ਬੱਚਾ ਜਾਂ ਭਰਾ ਕਿਸੇ ਨੂੰ ਪੁਲਿਸ ਪ੍ਰਸ਼ਾਸਨ ਦੇ ਵਿੱਚ ਸਰਵਿਸ ਵਾਸਤੇ ਨੌਕਰੀ ਦਿਵਾਉਣੀ ਤੇ ਤੁਸੀਂ ਨਾ ਦਿਵਾਓ। ਜੇ ਮੈਂ ਤੁਹਾਨੂੰ ਸੁਣਨਾ ਚਾਹਾਂਗੇ, ਮੈਂ ਜੋ ਲਫ਼ਜ਼ ਇਹਨਾਂ ਨੇ ਬੋਲੇ, ਇਹਨਾਂ ਨੇ ਲਫ਼ਜ਼ ਬੋਲੇ ਕਿ ਸੂਰੀ ਉਂਝ ਵੀ ਤਾਂ ਕਿਤੇ ਨਾ ਕਿਤੇ ਕਦੀ ਨਾ ਕਦੀ ਤਾਂ ਕੁਝ ਹੋ ਹੀ ਜਾਣਾ ਨਾ ਤੇਰੇ ਨਾਲ, ਤੇ ਬਾਕੀ ਕੋਈ ਗੱਲ ਨਹੀਂ ਹੈਗੀ, ਗੋਲੀ ਚੱਲੇਗੀ ਤੇ ਤੂੰ ਗੱਡੀ 'ਚੋਂ ਨਾ ਨਿਕਲੀ। ਤੇ ਮੈਨੂੰ ਕਿਹਾ ਕਿ ਤੂੰ ਗੱਡੀ 'ਚੋਂ ਨਹੀਂ ਨਿਕਲਣਾ। ਇਹ ਮੁਲਾਜ਼ਮ ਮਰਦੇ ਤੇ ਮਰ ਜਾਣ, ਸਰਕਾਰੀ ਮੁਲਾਜ਼ਮ, ਕੋਈ ਪਰਵਾਹ ਨਹੀਂ। ਉਹਨਾਂ ਮੁਲਾਜ਼ਮਾਂ ਦੇ ਸਾਹਮਣੇ ਲਫ਼ਜ਼ ਬੋਲੇ ਗਏ, ਜੰਡਿਆਲੇ ਥਾਣੇ ਦੇ ਗੇਟ ਦੇ ਉੱਪਰ ਇਹ ਲਫ਼ਜ਼ ਬੋਲੇ ਗਏ। ਮੈਂ ਕਿਹਾ ਯਾਰ ਕੋਈ ਗੱਲ ਤੇ ਚੱਜ ਦੀ ਬੋਲੋ। ਚਲੋ ਗੱਡੀ ਚਲੇਗੀ। ਇੱਕ ਅਸੀਂ ਢਿੱਡੋਂ ਭੁੱਖੇ ਗੱਡੀ, ਉਹਨੂੰ ਮੈਂ ਕਿਹਾ ਯਾਰ ਚੱਲ ਖਿੱਚੀ ਜਾ। ਕਹਿੰਦਾ ਖਿੱਚਾ ਗੱਡੀ ਮੈਂ ਸਵਾਹ, ਮੇਰੀ ਸਰਕਾਰੀ ਗੱਡੀ ਦਾ ਅਗਲਾ ਟਾਇਰ ਮਾੜਾ ਲਾਸਟ ਹੋ ਸਕਦਾ। ਮਤਲਬ ਕਿ ਹਰ ਪਾਸਿਓਂ ਇੱਕ ਕਾਊਂਟਰ ਕਰਨ ਦੀ ਸਕੀਮ ਲਾ ਲਓ, ਕੁਛ ਵੀ ਕਹਿ ਸਕਦੇ ਹੋ ਤੁਸੀਂ। ਗੱਡੀ ਟਾਂਡੇ ਮਿੰਡੇ ਦੀ ਹੌਲੀ ਹੌਲੀ ਹੁਸ਼ਿਆਰਪੁਰ ਭੁੱਖੇ ਭਾਣੇ ਅਸੀਂ ਹੁਸ਼ਿਆਰਪੁਰ ਜੇਲੇ ਪਹੁੰਚ ਗਏ ਜੀ। ਸਾਨੂੰ ਉੱਥੇ ਉਹਨਾਂ ਨੇ
ਨਹੀਂ ਲਿੱਤਾ। ਤੋਂ 3 ਘੰਟੇ 4 ਘੰਟੇ ਦੀ ਵੇਟ ਕਰਨ ਤੋਂ ਬਾਅਦ ਅਸੀਂ ਉੱਥੋਂ ਇਹਨਾਂ ਦਾ ਫੋਨ ਆਇਆ SHO ਦਾ SI ਨੂੰ ਕਿ ਹੋ ਗਿਆ ਕੰਮ। ਉਹਨਾਂ ਨੇ ਕਿਹਾ ਨਹੀਂ ਸਰ, ਅਸੀਂ ਹੁਸ਼ਿਆਰਪੁਰ ਜੇਲ੍ਹ ਦੇ ਬਾਹਰ ਹੀ ਖੜ੍ਹੇ ਹਾਂ, ਹਜੇ ਉਹਨਾਂ ਨੇ ਲਿਆ ਨਹੀਂ ਗਾ। ਫਿਰ ਇਸ ਬੰਦੇ ਨੇ SHO ਨੇ ਕਿਹਾ ਤੁਸੀਂ ਪਹੁੰਚ ਗਏ ਹੋ? ਇਹਨੇ ਕਿਹਾ ਜੀ ਹਾਂਜੀ ਪਹੁੰਚ ਗਏ। ਕਹਿੰਦਾ ਠੀਕ ਠਾਕ ਪਹੁੰਚ ਗਏ ਹੋ? SHO ਨੇ SI ਨੂੰ ਕਹਿ ਰਿਹਾ ਕਿ ਤੁਸੀਂ ਠੀਕ ਠਾਕ ਪਹੁੰਚ ਗਏ ਹੋ, ਇਹਦਾ ਮਤਲਬ ਕੁਝ ਹੋਣਾ ਸੀ। ਉਹਨੇ ਕਿਹਾ ਹਾਂਜੀ ਸਰ ਠੀਕ ਠਾਕ ਪਹੁੰਚ ਗਿਆ। ਕਹਿੰਦਾ ਕਿਉਂ? ਕਹਿੰਦਾ ਨਹੀਂ ਕੋਈ ਗੱਲ ਨਹੀਂ, ਤੁਸੀਂ ਵੇਟ ਕਰੋ। ਇਹ ਗੱਲ ਤੁਹਾਨੂੰ ਕਿਹਨੇ ਦੱਸੀ? ਕਿਉਂਕਿ ਫੋਨ ਤੇ ਉਹ ASI ਸੁਣਦਾ ਪਿਆ ਸੀ ਮੈਂ ਕੋਲ ਖੜਾ ਸੀ ਤੇ ਪਰ ਆਵਾਜ਼ ਬਾਹਰ ਆਉਂਦੀ। ਮੈਂ ਦੱਸ ਉਹ ਮੈਨੂੰ ਇਸ ਤਰ੍ਹਾਂ ਪਤਾ ਲੱਗਾ ਜਦੋਂ ਉਹਨੇ ਕਿਹਾ ਹਾਂਜੀ ਜੀ ਬਿਲਕੁਲ ਅਸੀਂ ਠੀਕ ਠਾਕ ਪਹੁੰਚ ਗਏ। ਇਹਦਾ ਮਤਲਬ ਕਿ ਅਗਲੇ ਪਾਸੇ ਤੁਹਾਨੂੰ ਜਵਾਬ ਇਹੋ ਹੀ ਆਇਆ ਹੋਵੇਗਾ ਕਿ ਤੁਸੀਂ ਠੀਕ ਠਾਕ ਪਹੁੰਚ ਗਏ ਹੋ। ਤਾਂ ਹੀ ਦੂਸਰਾ ਬੰਦਾ ਇੱਕ ਅੰਦਾਜ਼ਾ ਵੀ ਹੁੰਦਾ। ਮੈਂ ਆਪਣੇ ਅੰਦਾਜ਼ੇ ਦੇ ਹਿਸਾਬ ਸਿਰ, ਉਹਦੀ ਬੋਲਬਾਣੀ ਦੇ ਹਿਸਾਬ ਸਿਰ ਕਿ ਇਹ ਲਫ਼ਜ਼ ਦਾ ਇਹਨੇ ਇਹ ਜਵਾਬ ਦਿੱਤਾ। ਮੈਨੂੰ SI ਨੇ ਨਹੀਂ ਦੱਸਿਆ, ਨਾ ਹੀ ਉਹਨੇ ਮੈਨੂੰ ਦੱਸਣਾ। ਚਲੋ ਉਸ ਤੋਂ ਬਾਅਦ ਜੀ ਗੱਲਬਾਤ ਫਿਰ ਹੋਈ। ਇਹਨਾਂ ਨੇ DSP ਨੂੰ ਜਾਂ ਕਹਿ ਦਿੱਤਾ ਕਿ ਹਾਂਜੀ ਜੀ ਹੁਸ਼ਿਆਰਪੁਰ ਦੇ ਦਿੱਤਾ ਜੀ। ਦੁਬਾਰਾ SI ਨੇ ਫੋਨ ਕੀਤਾ DSP ਸਾਹਿਬ ਨੂੰ, ਉਹਨਾਂ ਨੂੰ ਦੱਸਿਆ ਜੀ ਉਹਨਾਂ ਨੇ ਨਹੀਂ ਲਿੱਤਾ ਅਜੇ ਤੱਕ। ਫਿਰ ਉਹ ਜਾ ਕੇ ਗੱਲ ਕੀਤੀ, ਉਹਨਾਂ ਕਿਹਾ ਜੀ ਅਸੀਂ ਨਹੀਂ ਰੱਖਣਾ, ਤੁਸੀਂ ਪਠਾਨਕੋਟ ਲੈ ਜਾਓ। ਅਸੀਂ ਫਿਰ ਉੱਥੋਂ ਉਹੋ ਹੀ 2 ਬੰਦੇ, ਇੱਕ SI ਤੇ ਇੱਕ ਮੈਂ ਤੇ ਇੱਕ ਡਰਾਈਵਰ, 5 ਬੰਦਿਆਂ ਨਾਲ ਫਿਰ ਉਹੋ ਹੀ ਗੱਡੀ ਪਠਾਨਕੋਟ ਨੂੰ ਰਵਾਨਾ ਹੋ ਗਈ ਬਿਨਾਂ ਸਿਕਿਉਰਟੀ ਤੋਂ। ਰਸਤੇ 'ਚ ਕਿਤੇ ਵੀ ਕੋਈ ਵੀ ਕਾਂਡ ਹੋ ਜਾਵੇ ਕਿਸੇ ਨੂੰ ਕੋਈ ਪਰਵਾਹ ਨਹੀਂ। ਉਹ ਮੈਨੂੰ ਉੱਥੇ ਪਠਾਨਕੋਟ ਜੇਲ੍ਹ 'ਚ ਛੱਡ ਕੇ ਆ ਗਏ। ਪਠਾਨਕੋਟ ਜੇਲ੍ਹ 'ਚ ਪਹੁੰਚ ਕੇ ਸ਼ਾਮ ਨੂੰ ਮੈਨੂੰ 7 ਵਜੇ 6:30 ਵਜੇ ਜਿਸ ਤਰ੍ਹਾਂ ਜੀ ਪਹੁੰਚੇ ਆ, ਉਹਨਾਂ ਨੇ ਆਪਣੀ ਕਾਗਜ਼ਾਈ ਕਾਰਵਾਈ ਕਰਾ ਕੇ ਫਿਰ ਉਸ ਤੋਂ ਬਾਅਦ ਮੈਨੂੰ ਰੋਟੀ ਨਸੀਬ ਹੋਈ। 2 ਦਿਨ ਇਹਨਾਂ ਨੇ ਮੈਨੂੰ ਪੂਰਾ ਉੱਥੇ ਤਰਪਾਇਆ ਔਰ ਮੇਰੇ ਨਾਲ ਬਦਤਮੀਜ਼ੀ ਜੋ ਕੀਤੀ ਉਹ ਮੈਂ ਬਿਆਨ ਨਹੀਂ ਕਰ ਸਕਦਾ ਆਪਣੇ ਲਫ਼ਜ਼ਾਂ ਦੇ ਵਿੱਚ। ਲੇਕਿਨ ਵਤੀਰਾ ਜਿਹੜਾ ਸੀਗਾ ਉਹ ਇੱਕ ਇਹੋ ਜਿਹਾ ਵਤੀਰਾ ਸੀਗਾ ਕਿ ਇੱਕ ਉੱਥੇ ਇੱਕ ਦਰਸਾਇਆ ਜਾ ਰਿਹਾ ਸੀਗਾ ਕਿ ਤੂੰ ਹਿੰਦੂ ਕੌਮ ਵਾਸਤੇ, ਹਿੰਦੂ ਸਮਾਜ ਵਾਸਤੇ ਕੰਮ ਕਰ ਰਿਹਾ ਤੇ ਤੇਰਾ ਲਿਹਾਜ਼ ਨਹੀਂ ਕੀਤਾ ਜਾਏਗਾ। ਸੂਰੀ ਸਾਹਿਬ, ਬੜੀ ਹੈਰਾਨੀ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਕਿ ਮੇਰੀ ਫੇਸਬੁੱਕ ਦੇ ਉੱਤੇ ਕੋਈ ਹੋਰ ਪੋਸਟ ਪਾ ਰਿਹਾ, ਕਿ ਤੁਹਾਡੀ ਫੇਸਬੁੱਕ ਕੋਈ ਹੋਰ ਵੀ ਯੂਜ਼ ਕਰਦਾ ਪਿਆ ਜਾਂ ਫਿਰ ਕਿਸੇ ਹੋਰ ਕੋਲ ਪਾਸਵਰਡ ਹੈਗਾ ਤੁਹਾਡਾ? ਕਿਉਂ ਯੂਜ਼ ਕਰਦਾ ਪਿਆ? ਕਿਸ ਤਰ੍ਹਾਂ ਯੂਜ਼ ਹੋ ਰਹੀ ਹੈ ਤੁਹਾਡੀ? ਦੇਖੋ ਮੇਰਾ ਪਾਸਵਰਡ ਕਿਸੇ ਕੋਲ ਨਹੀਂ ਹੈਗਾ। ਮੇਰੀ ਫੇਸਬੁੱਕ ਤੇ ਕਿਸੇ ਦੇ ਬੰਦੇ ਨੇ ਜਿਸ ਤਰ੍ਹਾਂ ਪਹਿਲਾਂ ਉਹ ਜਿਹੜਾ ਜੋ ਇਹਨਾਂ ਦੇ ਕਹਿਣ ਦੇ ਮੁਤਾਬਕ ਉਹ ਪ੍ਰਿੰਟ ਪਾਇਆ ਗਿਆ, ਉਹ ਪ੍ਰਿੰਟ ਜਿਹੜਾ ਪਾਇਆ ਗਿਆ ਉਹ ਮੈਨੂੰ ਤਾਂ ਪਤਾ ਹੀ ਨਹੀਂ, ਨਾ ਮੈਂ ਦੇਖਿਆ ਨਾ ਮੇਰੀ ਫੇਸਬੁੱਕ ਤੇ ਹੈਗਾ। ਕਿਸੇ ਨੇ ਮੇਰੀ ਫੇਸਬੁੱਕ ਤੇ ਉਹਨੂੰ ਟੈਗ ਕਰ ਦਿੱਤਾ ਜਾਂ ਉਹਨੂੰ ਪਾਇਆ, ਪਾ ਕੇ ਇਹਨਾਂ ਕੋਲ ਪਹੁੰਚ ਗਿਆ। ਪਹੁੰਚਣ ਤੋਂ ਬਾਅਦ ਉਹਨੂੰ ਰਿਮੂਵ ਵੀ ਕਰਤਾ, ਡਿਲੀਟ ਵੀ ਕਰਤਾ ਮੇਰੀ ਫੇਸਬੁੱਕ ਉੱਤੇ। ਪਰ ਟੈਗ ਕੀਤਾ ਜਾਵੇ ਤੇ ਜਿਹੜਾ ਟੈਗ ਕਰਦਾ ਵਾ ਉਹਦਾ ਨਾਮ ਵੀ ਨਾਲ ਸ਼ੋ ਹੁੰਦਾ ਵਾ। ਉਹਦਾ ਨਾਮ ਇਹਨਾਂ ਕੋਲ ਹੈਗਾ ਨਾ, ਮੈਨੂੰ ਤਾਂ ਕੁਝ ਚੀਜ਼ ਦਾ ਪਤਾ ਹੀ ਨਹੀਂ ਕਿਉਂਕਿ ਮੈਂ ਤਾਂ ਦੇਖਿਆ ਵੀ ਨਹੀਂ। ਮੇਰੇ ਕੋਲ ਪੁਲਿਸ ਆ ਰਹੀ ਹੈ 12 ਵਜੇ ਆ ਰਹੀ ਹੈ ਤੇ ਮੈਨੂੰ ਚੁੱਕ ਕੇ ਲੈ ਕੇ ਜਾ ਰਹੀ ਹੈ। ਮੈਨੂੰ ਤਾਂ ਕੁਝ ਵੀ ਨਹੀਂ ਪਤਾ ਕਿ ਕੀ ਪਿਆ ਕੀ ਨਹੀਂ ਪਿਆ। ਜੋ ਲਫ਼ਜ਼ ਇਹਨਾਂ ਨੇ ਬੋਲਿਆ ਮੈਂ ਉਹਨਾਂ ਨੂੰ ਸੱਚ ਮਨਾ ਮੁੜ ਕੇ ਇਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਲੈਟਰ ਆਈ ਹੈ, ਸਾਡੇ ਸ਼ਿਕਾਇਤ ਬਾਕਸ ਦੇ ਵਿੱਚ ਇੱਕ ਗੁੰਮਸ਼ੁਦਾ ਲੈਟਰ ਆਈ, ਗੁੰਮਨਾਮ ਲੈਟਰ ਆ ਗਈ। ਉਹਦੇ ਵਿੱਚ ਲਿਖਿਆ ਜੀ ਇੱਕ ਗੁਰਮੁਖ ਬੰਦਾ ਜਿਹਦੀ ਉਮਰ 2000 ਉਹਦੀ ਬਰਥ ਡੇਟ ਹੈ ਪੂਰੀ ਤੇ ਗੁਰਮੁਖ ਬੰਦਾ ਹੈਗਾ, ਉਹਨੇ ਸ਼ਿਕਾਇਤ ਕੀਤੀ ਹੈ। ਕਿੰਨੇ ਕੀਤੀ ਹੈ? ਉਹ ਜਿੰਨੇ ਵੀ ਕੀਤੀ ਹੈ, ਜਿਹੜਾ ਵੀ ਗੁਰਮੁਖ ਬੰਦਾ ਹੈਗਾ ਉਹ ਸਾਹਮਣੇ ਤੇ ਆਏਗਾ ਨਾ ਕੋਰਟ ਦੇ ਵਿੱਚ, ਮੁਦਈ ਦੇ ਸਾਹਮਣੇ ਪੇਸ਼ ਹੋਏਗਾ। ਕੋਈ ਮੁਦਈ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਇੱਕ ਆਪਣਾ ਪਲਾਉ ਤਿਆਰ ਕਰਕੇ ਮੇਰੇ ਤੇ FI ਕਰਕੇ ਮੇਰੀ ਛਵੀ ਖਰਾਬ ਕਰਕੇ ਮੈਨੂੰ 24-25 ਦਿਨ ਜੇਲ੍ਹ ਦੇ ਅੰਦਰ ਬੰਦ ਕਰਕੇ। ਕਾਰਨ ਕੀ ਹੈ? ਸੁਧੀਰ ਸੂਰੀ ਹੀ ਟਾਰਗੇਟ ਕਿਉਂ ਹੋ ਰਿਹਾ? ਕਿਉਂਕਿ ਪਹਿਲਾਂ ਵੀ ਗੁਰਦਾਸਪੁਰ ਦੇ ਵਿੱਚ ਵੀ ਇੱਕ ਰਿਵੋਲਵਰ ਦਿਖਾਈ ਸੀ ਤੇ ਉਦੋਂ ਵੀ ਕਾਫੀ ਵਿਵਾਦਾਂ ਤਰੀਕੇ ਨਾਲ ਨਹੀਂ ਵਿਖਾਈ ਸੀ। ਪਹਿਲਾਂ ਕਿਤੇ ਪੰਗਾ ਲੈ ਲਿੱਤਾ ਜਾਂਦਾ, ਉਸ ਤੋਂ ਬਾਅਦ ਅਸੀਂ ਜੇ ਮੈਂ ਕੋਈ ਕੰਮ ਕੀਤਾ ਤੇ ਮੈਂ ਕੀਤਾ ਤੇ ਉਹ ਮੇਰੇ ਤੇ ਕੋਈ ਥੋਪੇ ਤੇ ਪੰਗਾ ਮੇਰੇ ਨਾਲ ਜੁੜ ਜਾਂਦਾ ਕਿ ਪੰਗੇ ਕੋਈ ਸੰਬੰਧ ਨੇ ਰੱਬ ਜਾਣੇ। ਗੁਰਦਾਸਪੁਰ ਦੇ ਵਿੱਚ ਵੀ ਦਿਖਾਈ ਗਈ ਸੀ, ਲੇਕਿਨ ਉਹ ਇੱਕ ਆਪਣੇ ਤੁਸੀਂ ਮੋਟਰਸਾਈਕਲ ਨਾਲ ਲੈ ਕੇ FIR ਕੋਲ ਲਾਇਸੈਂਸ ਬਣਵਾ ਕੇ ਲਾ ਕੇ ਅੱਗੋਂ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰੀ ਦੇਸ਼ 'ਚ ਗੈਂਗਸਟਰ ਆਤੰਕਵਾਦੀ ਪੈਦਾ ਦੇ ਕੰਮ ਉਹਦੇ ਵਾਸਤੇ ਦਿਖਾਇਆ ਗਿਆ ਸੀਗਾ। ਲੇਕਿਨ ਉਹਨੂੰ ਕਿਸੇ ਤੁਹਾਡੇ ਵਰਗੇ ਹੀ ਭਰਾ ਨੇ ਉਹਨੂੰ ਇੱਕ ਗਲਤ ਪਾਸੇ ਖੜਾ ਕਰਕੇ ਤੇ ਅਗਲੀ ਪਿਛਲੀ ਵੌਇਸ ਕੱਟ ਕੇ ਤੇ ਉਹਨੂੰ ਪੇਸ਼ ਕਰਤਾ ਤੇ ਜਿਹੜਾ ਮੈਨੂੰ ਵਿਵਾਦਾਂ ਦੇ ਵਿੱਚ ਖੜੇ ਕਰਤਾ। ਵਿਵਾਦ ਦੀ ਜੇ ਗੱਲ ਕਰੀਏ ਅਸੀਂ ਕਹਿ ਦਿੰਦੇ ਹਾਂ ਕਿ ਤੁਸੀਂ ਇਹ ਤਰੀਕੇ ਨਾਲ ਨਹੀਂ ਦਿਖਾਇਆ ਸੀ, ਪਰ ਕੁਛ ਤੇ ਜਿਹੜੀ ਗੱਲਾਂ ਜੇ ਅਸੀਂ ਕਹਾਂਗੇ ਕਿ ਅੱਗ ਲੱਗਦੀ ਹੈ ਤੇ ਥੋੜਾ ਜਿਹਾ ਧੂੰਆਂ ਹੁੰਦਾ ਹੈ। ਜੇਕਰ ਕੁਝ ਕੀਤਾ
ਤੇ ਫੇਰ ਹੀ ਗੱਲ ਦਾ ਜਿਹੜਾ ਬਤੰਗੜ ਬਣਾਇਆ ਗਿਆ। ਰਿਵੋਲਵਰ ਦੀ ਗੱਲ ਲਗਾ ਲਓ ਜਾਂ ਫੇਸਬੁੱਕ ਤੇ ਪੋਸਟ ਦੀ ਗੱਲ ਲਗਾ ਲਓ। ਹੁਣ ਫੇਸਬੁੱਕ ਦੀ ਗੱਲ ਲਾ ਲਓ ਕਿ ਫੇਸਬੁੱਕ ਦੇ ਵਿੱਚ ਮੈਂ 3 ਤਰੀਕ ਨੂੰ 12 ਵਜੇ ਦਾ ਪੁਲਿਸ ਪ੍ਰਸ਼ਾਸਨ ਦੀ ਹੱਦ ਦੇ ਵਿੱਚ ਹੈਗਾ। ਮੈਂ ਪੁਲਿਸ ਪ੍ਰਸ਼ਾਸਨ ਦੇ ਕੋਲ ਆ 12 ਵਜੇ, ਦੁਪਹਿਰੀ 12 ਵਜੇ ਦਾ। ਪੁਲਿਸ ਨੇ ਮੈਨੂੰ ਚੁੱਕ ਲਿਆ, ਨਜਾਇਜ਼ ਮੇਰੇ ਤੇ ਇੱਕ ਪ੍ਰਿੰਟ ਪਾ ਕੇ ਮੈਨੂੰ ਅੰਦਰ ਧੱਕਤਾ ਕਰਤਾ, ਲੇਕਿਨ ਉਹਦਾ ਜਵਾਬ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਰਟ 'ਚ ਦੇਣਾ ਪਏਗਾ, ਹਾਈ ਕੋਰਟ ਵੀ ਜਾਣਾ ਪਏਗਾ, ਸੁਪਰੀਮ ਕੋਰਟ ਤੱਕ ਮੈਂ ਇਹਨਾਂ ਨੂੰ ਲੈ ਕੇ ਜਾਵਾਂਗਾ, ਕਿਉਂਕਿ ਮੈਨੂੰ ਆਪਣੇ ਕਾਨੂੰਨ ਵਿਵਸਥਾ ਦੇ ਉੱਪਰ ਪੂਰਾ ਵਿਸ਼ਵਾਸ ਹੈ। ਪਰ ਮੈਨੂੰ ਪਤਾ ਕਿ ਮੈਨੂੰ ਨਿਆਂ ਜ਼ਰੂਰ ਮਿਲੇਗਾ। ਆਪਣੀ ਕੌਮ ਦਾ, ਆਪਣੇ ਸਮਾਜ ਦਾ ਕੰਮ ਕਰਨਾ ਕੋਈ ਬੁਰੀ ਗੱਲ ਨਹੀਂ ਹੈਗੀ। ਹਰ ਬੰਦਾ ਆਪਣੇ ਸਮਾਜ ਦਾ ਕੰਮ ਕਰ ਸਕਦਾ, ਅਧਿਕਾਰ ਹੈ, ਹੱਕ ਹੈ ਸਾਨੂੰ। ਤੇ ਜੇ ਤੁਸੀਂ ਉਹਨੂੰ ਨੱਪੋਗੇ ਤੇ ਉਹ ਤੁਹਾਡੇ ਬਰਖਲਾਫ ਜਾਂਦਾ ਹੈ। ਹੁਣ 9 ਤਰੀਕ ਨੂੰ ਮੈਂ ਜੇਲ੍ਹ ਦੇ ਅੰਦਰ ਬੰਦ ਆ, ਪਠਾਨਕੋਟ ਸਬ ਜੇਲ੍ਹ ਦੇ ਵਿੱਚ ਬੰਦ ਆ। 9 ਤਰੀਕ ਨੂੰ 3 ਤਰੀਕ ਦਾ ਬੰਦ ਹੋਇਆ। 9 ਤਰੀਕ ਨੂੰ ਮੇਰੀ ਫੇਸਬੁੱਕ ਦੇ ਉੱਪਰ ਫਿਰ ਇੱਕ ਪ੍ਰਿੰਟ ਪੈਂਦਾ। ਦੱਸੋ ਉਹ ਕਿੰਨੇ ਪਾਇਆ ਕਿ ਸੁਧੀਰ ਸੂਰੀ ਜੇਲ੍ਹ ਦੇ ਅੰਦਰ ਮੋਬਾਈਲ ਚਲਾ ਰਿਹਾ। ਇਹ ਕੀ ਦਰਸਾਉਣਾ ਚਾਹੁੰਦੇ ਨੇ ਕਿ ਜਿਹੋ ਜਿਹਾ ਪ੍ਰਿੰਟ ਪਹਿਲਾਂ ਬੰਦੇ ਨੇ ਵੀ ਪਾਇਆ ਮੇਰੇ ਨਾਮ ਦਾ ਬਣਾ ਕੇ ਜਮਾਤੀਆਂ ਦੇ ਬਾਰੇ, ਉਸ ਪ੍ਰਿੰਟ ਦੇ ਅਧਿਆਰ ਦੇ ਉੱਪਰ ਹੀ ਦੁਬਾਰਾ ਇਹ ਪ੍ਰਿੰਟ ਪਾਤਾ ਗਿਆ, ਜਿਹੜਾ ਮੈਂ ਤੁਹਾਨੂੰ ਦੱਸ ਰਿਹਾ 9 ਤਰੀਕ ਨੂੰ, ਜਦ ਕਿ ਮੈਂ ਉਸ ਦਿਨ ਜੇਲ੍ਹ ਦੇ ਵਿੱਚ ਬੰਦ ਆ। ਮੈਂ ਜੇਲ੍ਹ 'ਚ ਬੰਦ ਆ, ਲੇਕਿਨ ਇਹ ਮੇਰੀ ਫੇਸਬੁੱਕ ਤੇ ਪੈ ਰਿਹਾ। ਉਸ ਤੋਂ ਬਾਅਦ ਦੁਬਾਰਾ ਉਹੀ ਕਰਤੂਤ ਫਿਰ 14 ਤਰੀਕ ਨੂੰ ਮੇਰੀ ਫੇਸਬੁੱਕ ਦੇ ਉੱਪਰ ਦੁਬਾਰਾ ਪ੍ਰਿੰਟ ਪੈਂਦਾ, ਜੋ ਕਿ ਇਹ ਲਿਖਿਆ ਜਾਂਦਾ ਦੁਬਾਰਾ ਇਹ ਲਿਖਿਆ ਜਾਂਦਾ। ਦੱਸੋ ਕੌਣ ਪਾ ਰਿਹਾ ਜੀ? ਇੱਕ ਸੁਧੀਰ ਸੂਰੀ ਦੇ ਉੱਪਰ ਕਿਸੇ ਨੇ ਗੁੰਮਸ਼ੁਦਾ ਲੈਟਰ ਸ਼ਿਕਾਇਤ ਬਾਕਸ ਦੇ ਵਿੱਚ ਪਾਤੀ ਤੇ ਉਹਦੇ ਤੇ 1 ਘੰਟੇ ਦੇ ਵਿੱਚ ਕਾਰਵਾਈ ਕਰਤੀ ਕਿ ਤੁਸੀਂ ਮੈਨੂੰ 12 ਵਜੇ ਥਾਣੇ ਚੁੱਕ ਕੇ ਲੈ ਜਾਂਦੇ, ਬਿਨਾਂ ਪੇਪਰਾਂ ਤੋਂ, ਬਿਨਾਂ ਵਾਰੰਟ ਤੋਂ, ਬਿਨਾਂ ਕਾਗਜ਼ਾਂ ਤੋਂ, ਬਿਨਾਂ ਦੱਸਿਓ, ਮੇਰੇ ਪਰਿਵਾਰ ਨੂੰ ਵੀ ਦੱਸਣ ਤੋਂ ਬਿਨਾਂ ਹੀ ਮੈਨੂੰ ਘਰੋਂ ਚੁੱਕ ਕੇ ਤੁਸੀਂ ਲੈ ਜਾਂਦੇ ਹੋ ਬਦਮਾਸ਼ੀ ਦੇ ਟਾਈਪ ਦੇ ਨਾਲ। 5:30 ਵਜੇ 6 ਵਜੇ ਤੁਸੀਂ FIR ਕੱਟ ਰਹੇ ਹੋ। 12 ਤੋਂ ਲੈ ਕੇ 6 ਵਜੇ ਦੇ ਵਿੱਚ 6 ਘੰਟੇ ਦੇ ਵਿੱਚ ਤੁਸੀਂ ਮੈਨੂੰ ਕਿਉਂ ਹਿਰਾਸਤ ਵਿੱਚ ਰੱਖਿਆ ਗਿਆ? ਕਿਸ ਅਧਿਕਾਰ ਦੇ ਨਾਲ ਮੈਨੂੰ ਅੰਦਰ ਤੁਸੀਂ ਬੰਦ ਕੀਤਾ, ਮੈਨੂੰ ਪਰੇਸ਼ਾਨ ਕੀਤਾ? ਮੈਂ ਬਲੱਡ ਪ੍ਰੈਸ਼ਰ ਦਾ ਮਰੀਜ਼, ਮੈਨੂੰ ਤਰ੍ਹਾਂ ਦੀਆਂ ਬਿਮਾਰੀਆਂ, ਮੇਰੇ ਨਾਲ ਕਿਉਂ ਧੱਕਾ ਕੀਤਾ? ਕਿਉਂਕਿ ਮੈਂ ਹਿੰਦੂ ਹਾਂ, ਮੈਂ ਹਿੰਦੂ ਸਮਾਜ ਦਾ ਕੰਮ ਕਰਦਾ ਵਾਂ। ਇਸ ਕਰਕੇ ਇਹਨਾਂ ਲੈਟਰਾਂ ਦਾ ਮੇਰੇ ਪਿੱਛੋਂ ਮੇਰੇ ਬੱਚਿਆਂ ਨੇ, ਮੇਰੇ PA ਨੇ ਲੈਟਰਾਂ ਪਾਈਆਂ, ਸਾਰੀਆਂ ਪੋਸਟ ਕੀਤੀਆਂ। ਦੇਖੋ ਇਹ ਸੰਬੰਧਿਤ ਜਿੰਨੇ ਵੀ ਮਹਿਕਮੇ ਨੇ ਉਹਨਾਂ ਨੂੰ ਲੈਟਰਾਂ ਪਾਈਆਂ ਗਈਆਂ, ਸ਼ਿਕਾਇਤ ਦਿੱਤੀ ਗਈ ਕਿ ਇਹ ਜਿਹੜੇ ਮੇਰੀ ਫੇਸਬੁੱਕ ਤੇ ਪਏ ਨੇ ਇਹਨਾਂ ਦਾ ਸਾਰਾ ਸਿਸਟਮ ਚੈੱਕ ਕੀਤਾ ਜਾਵੇ। ਲੇਕਿਨ ਦੇਖੋ, ਪ੍ਰੈਸ ਇੱਕ ਰੱਬ ਦਾ ਜ਼ਰੀਆ ਹੈ। ਪ੍ਰੈਸ ਨੂੰ ਅਸੀਂ ਰੱਬ ਦਾ ਰੂਪ ਮੰਨਦੇ ਹਾਂ, ਕਿਉਂਕਿ ਤੁਸੀਂ ਸੱਚਾਈ ਦਿਖਾਣੀ ਹੈ। ਤੁਸੀਂ ਨਾ ਮੇਰੇ ਨਾਲ ਮਰਨਾ, ਨਾ ਦੂਜੀ ਪਾਰਟੀ ਨਾਲ ਮਰਨਾ, ਸੱਚਾਈ ਦਿਖਾਣੀ ਹੈ। ਮੈਂ ਤੁਹਾਡੇ ਮਾਧਿਅਮ ਵਿੱਚ ਪੁੱਛਦਾ ਕਿ ਇਸ ਕੰਪਲੇਂਟ ਨੂੰ ਕੀਤੇ ਹੋਏ ਅੱਜ 9-10 ਦਿਨ ਹੋ ਗਏ ਨੇ, ਇਹ 'ਤੇ ਕਾਰਵਾਈ ਕਿਉਂ ਨਹੀਂ ਹੋਈ? ਇੱਕ ਗੁੰਮਸ਼ੁਦਾ ਲੈਟਰ ਤੁਹਾਡੇ ਕੋਲ ਆਂਦੀ ਹੈ ਜਿਹੜੀ ਸ਼ਿਕਾਇਤ ਬਾਕਸ ਦੇ ਵਿੱਚ ਪਾਈ ਜਾਂਦੀ ਹੈ, ਉਹਦੇ ਤੇ ਤੁਸੀਂ 1 ਘੰਟੇ 'ਚ ਕੰਮ ਕਰਦੇ ਹੋ ਸੂਰੀ ਦੇ ਬਰਖਲਾਫ, ਔਰ ਜਿਹੜੀ ਸੂਰੀ ਦੇ ਫੇਸਬੁੱਕ ਦੇ ਉੱਪਰ ਕੋਈ ਬੰਦਾ ਪਾਉਂਦਾ ਹੈ ਉਹਦੀ ਜਦ ਕੰਪਲੇਂਟ ਕੀਤੀ ਜਾਂਦੀ ਹੈ। 10 ਦਿਨ ਹੋ ਗਏ ਨੇ, ਉਹਦੇ ਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ? ਕਾਨੂੰਨ ਇੱਕ ਪਾਸਾ ਦੇਖਦਾ, ਕਾਨੂੰਨ ਸੂਰੀ ਵਾਸਤੇ ਖਤਰਨਾਕ ਹੈ, ਬਾਕੀਆਂ ਵਾਸਤੇ ਖਤਰਨਾਕ ਨਹੀਂ। ਮੈਂ ਇਹਦਾ ਜਵਾਬ ਮੰਗਦਾ। ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਸੁਧੀਰ ਸੂਰੀ ਹੀ ਕਿਉਂ ਟਾਰਗੇਟ ਹੁੰਦੇ ਨੇ? ਟਾਰਗੇਟ ਕਿਉਂ ਹੁੰਦੇ ਨੇ ਜੀ? ਇੱਕ ਚੀਜ਼ ਹੋਰ ਦੱਸਦਾ ਮੈਂ। ਫਿਰ ਮੈਨੂੰ ਮੇਰੇ ਬੇਟੇ ਨਾਲ ਗੱਲ ਹੋਈ, ਮੈਨੂੰ ਉਹਨੇ ਦੱਸਿਆ ਕਿ ਪਾਪਾ ਤੁਹਾਡੀ ਫੇਸਬੁੱਕ ਦੇ ਉੱਪਰ ਐਸਾ ਕਿਸੇ ਨੇ ਪੋਸਟਾਂ ਪਾਈਆਂ। ਮੈਂ ਇਹਨੂੰ ਕਿਹਾ ਬੇਟਾ ਇਹਦੀ ਬਾਹਰ ਤੁਸੀਂ ਆਪਣੇ ਤੌਰ ਤੇ ਕੰਪਲੇਂਟ ਕਰ ਦਿਓ ਸੰਬੰਧਤ ਥਾਣੇ ਦੇ ਵਿੱਚ, A ਡਿਵੀਜ਼ਨ ਦੇ ਵਿੱਚ ਤੇ ਕਮਿਸ਼ਨਰ ਸਾਹਿਬ ਨੂੰ। ਲੇਕਿਨ ਉਹਦੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ। ਨਾ SHO ਰਾਮਬਾਗ ਨੇ ਕੋਈ ਕਾਰਵਾਈ ਕੀਤੀ ਤੇ ਨਾ ਕਮਿਸ਼ਨਰ ਸਾਹਿਬ ਨੇ ਕੀਤੀ ਤੇ ਨਾ ਉੱਤੋਂ ਹੀ ਕੋਈ ਜਵਾਬ ਆਇਆ। ਔਰ ਫਿਰ ਮੈਂ ਉਹੋ ਹੀ ਲੈਟਰ ਇੱਕ ਅੰਦਰ ਲਿਖ ਕੇ, ਮੈਂ ਕਿਉਂਕਿ ਉਸ ਵੇਲੇ ਮੈਂ ਪਠਾਨਕੋਟ ਜੇਲ੍ਹ ਦੇ ਅੰਦਰ ਬੰਦ ਸੀਗਾ ਤੇ ਮੈਂ ਜੇਲ੍ਹ ਡਿਪਾਰਟਮੈਂਟ ਦੇ ਅਧੀਨ ਹੀ ਆਉਂਦਾ ਕਾਨੂੰਨੀ ਤੌਰ ਤੇ, ਮੈਂ ਇੱਕ ਲੈਟਰ ਜੇਲ੍ਹ ਸੁਪਰਡੈਂਟ ਪਠਾਨਕੋਟ ਨੂੰ ਲਿਖ ਕੇ ਦਿੱਤੀ, ਜਿਹਦੇ ਵਿੱਚ ਮੈਂ ਇਹਦਾ ਵੇਰਵਾ ਦਿੱਤਾ। ਉਹਨਾਂ ਨੇ ਉਹ ਲੈਟਰ ਨੂੰ ਆਪਣੀ ਲੈਟਰ ਨਾਲ ਲਗਾ ਕੇ ਉਹਨੂੰ ਭੇਜਿਆ SSP ਦਿਹਾਤੀ ਅੰਮ੍ਰਿਤਸਰ ਨੂੰ।
ਉਹ ਲੈਟਰ 21 ਤਰੀਕ ਨੂੰ ਮੂਵ ਹੋਈ ਪਠਾਨਕੋਟ ਤੋਂ। ਮੈਂ 20 ਤਰੀਕ ਨੂੰ ਦਿੱਤੀ, 21 ਤਰੀਕ ਨੂੰ ਪਠਾਨਕੋਟ ਤੋਂ ਮੂਵ ਕੀਤੀ, ਅੱਜ 29 ਤਰੀਕ ਹੈ, ਉਰ 'ਤੇ ਵੀ ਕੋਈ ਕਾਰਵਾਈ ਨਹੀਂ, ਰਿਜ਼ਲਟ ਜ਼ੀਰੋ। ਸੁਣੀ, ਇਹ ਸਵਾਲ ਮੇਰਾ ਇੱਕ ਮਹਿਜ਼ ਵਿੱਚ ਆ ਰਿਹਾ ਕਿ ਹਿੰਦੂ ਨੇਤਾ ਬੜੇ ਨੇ ਜਿਹੜੇ ਹਿੰਦੂ ਧਰਮ ਦੀ ਸੇਵਾ ਕਰਦੇ ਪਏ ਨੇ, ਤੁਸੀਂ ਸੇਵਾ ਕਰਦੇ ਜੇ ਪਰ ਤੁਸੀਂ ਟਾਰਗੇਟ ਕਿਉਂ ਹੁੰਦੇ ਜੇ? ਕੀ ਭੜਕਾਊ ਗੱਲ ਕਰਦੇ ਜੇ ਤਾਂ ਕਰਕੇ ਤੁਹਾਨੂੰ ਜ਼ਿਆਦਾ ਟਾਰਗੇਟ ਕੀਤਾ ਜਾਂਦਾ ਵਾ? ਕਾਰਨ ਕੀ ਹੈ? ਕਿਉਂਕਿ ਸੇਵਾ ਬੜੇ ਜਣੇ ਅਗਾਂਹ ਵੱਧ ਕੇ ਕਰਦੇ ਪਏ, ਤੁਸੀਂ ਇਕੱਲੇ ਨਹੀਂ ਕਰਦੇ, ਬੜੇ ਹਿੰਦੂ ਜਿਹੜੇ ਸੇਵਾ ਕਰਦੇ ਨੇ, ਤੁਸੀਂ ਇਕੱਲੇ ਨੇ ਜੁਮਾ ਨਹੀਂ ਚੁੱਕਿਆ, ਪਰ ਤੁਹਾਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ? ਮੈਨੂੰ ਟਾਰਗੇਟ ਤਾਂ ਕੀਤਾ ਜਾਂਦਾ ਕਿਉਂਕਿ ਮੈਂ ਸੱਚ ਬੋਲ ਦਿੰਦਾ, ਬਾਕੀ ਝੂਠ ਬੋਲਦੇ। ਮੈਂ ਰਾਜਨੀਤੀ ਨਹੀਂ ਕਰਦਾ, ਮੈਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਕਿ ਕੋਈ ਝੂਠ ਬੋਲਦਾ ਜਾਂ ਨਹੀਂ ਬੋਲਦਾ। ਮੈਨੂੰ ਆਪਣਾ ਪਤਾ ਕਿਉਂਕਿ ਮੈਂ ਸੱਚ ਬੋਲ ਦਿੰਦਾ, ਸੱਚ ਹਮੇਸ਼ਾ ਕੜਵਾ ਹੁੰਦਾ, ਤੇ ਕੜਵਾ ਜਦੋਂ ਤੁਸੀਂ ਖਾਓਗੇ ਤਾਂ ਤੁਸੀਂ ਵੀ ਐਸਾ ਕਰੋ। ਮੈਂ ਸੱਚ ਬੋਲਦਾ ਔਰ ਬਿਨਾਂ ਦੁਕਾਨਦਾਰੀ ਤੋਂ ਮੈਂ ਸੇਵਾ ਕਰਦਾ, ਮੇਰਾ ਧਰਮ ਹੈ, ਮੇਰਾ ਈਮਾਨ ਹੈ। ਸਾਡੇ 2 ਸਾਧੂ ਅਮਰ ਸ਼ਹੀਦ ਕੀਤੇ ਗਏ ਮਹਾਰਾਸ਼ਟਰ ਦੇ ਵਿੱਚ, ਪਾਲਗੜ੍ਹ ਦੇ ਵਿੱਚ, ਠੀਕ ਹੈ ਜੀ। ਉਹਨਾਂ ਵਾਸਤੇ ਮੈਂ ਅਨਸ਼ਨ ਵਾਸਤੇ ਪਠਾਨਕੋਟ ਜੇਲ੍ਹ ਦੇ ਵਿੱਚ ਬੈਠ ਗਿਆ। ਪਰ ਤੁਹਾਡਾ ਇਹ 'ਚ ਕੀ ਫਾਇਦਾ? ਤੁਹਾਡਾ ਕੀ ਫਾਇਦਾ ਹੋ ਰਿਹਾ ਹੈ? ਤੁਸੀਂ ਤੇ ਵਿਵਾਦਾਂ ਨਾਲ ਜੁੜੀ ਜਾਂਦੇ। ਮੈਂ ਦੱਸ ਰਿਹਾ ਤੁਹਾਨੂੰ, ਮੈਂ ਦੱਸ ਰਿਹਾ, ਤੁਸੀਂ ਕਾਲੇ ਨਾ ਪਵੋ, ਮੇਰੀ ਸਰਕਾਰ ਕਾਲੇ ਨਾ ਪਵੋ। ਮੈਂ ਪਠਾਨਕੋਟ ਜੇਲ੍ਹ ਦੇ ਵਿੱਚ ਅਨਸ਼ਨ ਤੇ ਬੈਠ ਗਿਆ, ਮਰਨ ਵਾਸਤੇ ਬੈਠ ਗਿਆ, ਬਿਨਾਂ ਪਾਣੀ ਚਾਹ ਅੰਨ ਤੋਂ। ਮੈਂ 3 ਦਿਨ ਲਗਾਤਾਰ ਉੱਥੇ ਜੇਲ੍ਹ 'ਚ ਬੈਠਾ ਰਿਹਾ। ਸਿਰਫ ਕਾਰਨ ਕੀ ਸੀਗਾ ਕਿ ਇੱਕ ਸਾਡਾ ਸੰਤ ਸਮਾਜ ਜਿਹੜੇ ਕਿ ਜਦੋਂ ਵੀ ਜੰਗ ਲੜੀ ਏ, ਜੰਗ ਹਿੰਦੁਸਤਾਨ ਹਾਰਿਆ ਜਾਂ ਜਿੱਤਿਆ, ਤੇ ਸਾਧੂ ਸਮਾਜ ਨੇ ਰਾਜਿਆਂ ਨੂੰ, ਮਹਾਰਾਜਿਆਂ ਨੂੰ ਰਸਤਾ ਦਿਖਾਇਆ, ਬਾਦਸ਼ਾਹਾਂ ਨੂੰ ਰਸਤਾ ਦਿਖਾਇਆ। ਉਹਨਾਂ ਸਾਧੂ ਸਮਾਜ ਨੂੰ, ਉਹ ਸਾਧੂਆਂ ਨੂੰ ਜਿਹੜੇ ਲੋਕਾਂ ਨੂੰ ਮੇਲ ਮਿਲਾਪ ਕਰਾਉਣ ਵਾਲੇ ਨੇ, ਉਹਨਾਂ ਨੂੰ ਪਾਲਗੜ੍ਹ ਦੇ ਵਿੱਚ ਮਾਰ ਦਿੱਤਾ ਗਿਆ। ਉਹਨਾਂ ਦੇ ਕੋਈ ਕਾਰਵਾਈ ਨਹੀਂ ਹੋਈ ਕਿ ਕੌਣ ਮਾਰ ਗਿਆ, ਕੀ ਹੋਇਆ, ਉਹ ਵੀ ਰਿਜ਼ਲਟ ਹਜੇ ਤੱਕ ਜ਼ੀਰੋ ਚੱਲ ਰਿਹਾ। ਲੀਲਾ ਪੋਥੀ ਕਰਕੇ 100 ਬੰਦਾ ਫੜ ਲਿਆ, ਛੱਡ ਵੀ ਦਿੱਤਾ। ਮੈਂ ਜੇ ਉੱਥੇ ਬੈਠਦਾ ਵਾਂ ਅਨਸ਼ਨ ਦੇ ਵਿੱਚ, ਮੇਰੀ ਜ਼ਮੀਨ ਨੇ ਆਵਾਜ਼ ਦਿੱਤੀ ਕਿ ਮੈਂ ਅਨਸ਼ਨ ਤੇ ਬੈਠਾ, ਮੈਂ ਆਪਣੇ ਸਾਧੂ ਸਮਾਜ ਨੂੰ ਨਿਆਂ ਦਵਾਵਾਂ। ਨਹੀਂ ਮਿਲਦਾ ਜਾਂ ਮਿਲਦਾ ਵੇ, ਇਹ ਤੇ ਪਰਮਾਤਮਾ ਦੇ ਹੱਥ 'ਚ। ਬਿਲਕੁਲ ਸਹੀ ਗੱਲ ਹੈ ਕਿ ਤੁਸੀਂ ਅਗਾਂਹ ਵੱਧ ਜੇ, ਲੋਕਾਂ ਨੂੰ ਨਿਆਂ ਦਿਵਾਉਣ ਵਾਸਤੇ ਅਗਾਂਹ ਵੱਧ ਜੇ। ਬਾਕੀ ਜਿਹੜੇ ਲੋਕ ਨੇ ਉਹ ਵੀ ਅਗਾਂਹ ਵੱਧਦੇ ਨੇ, ਪਰ ਉਹਨਾਂ ਦੇ ਨਾਲ ਵਿਵਾਦ ਇਹਨੇ ਨਹੀਂ ਜੁੜਦੇ। ਪਰ ਤੁਹਾਡੇ ਨਾਲ ਖਾਸ ਕਰਕੇ ਵਿਵਾਦ ਲੱਗਦਾ ਕਿ ਨਾਲ ਹੀ ਜੁੜੇ ਹੋਏ ਨੇ, ਪੱਕਾ ਹੀ। ਹਰ ਪਾਸੇ ਜਿੱਥੇ ਵੀ ਜਾਓਗੇ ਉੱਥੇ ਵਿਵਾਦ ਜਿਹੜੇ ਖੜੇ ਹੁੰਦੇ ਨੇ। ਲੱਗਦਾ ਨਹੀਂ ਕਿ ਰਮਾਨ ਨਾਲ ਬੈਠ ਜਾਈਏ, ਕੀ ਲੈਣਾ ਦੇਣਾ ਸੇਵਾ ਤੋਂ। ਤੁਸੀਂ ਕਿਹੜੇ ਇਲੈਕਸ਼ਨ ਲੜਨੇ, ਇਲੈਕਸ਼ਨ ਲੜਨ ਦੀ ਤਿਆਰੀ ਨਹੀਂ। ਦੇਖੋ ਹਾਸਲ ਕਰਨੀਆਂ ਹੋਣ, ਲੋਕਾਂ ਨੂੰ ਲੱਗੇ ਕਿ ਮੈਂ ਤੁਹਾਨੂੰ ਇੱਕ ਦੱਸ ਰਿਹਾ, ਫਿਰ ਮੈਂ ਜੋ ਗੱਲ ਬੋਲਾਂਗਾ ਤੁਸੀਂ ਕਹੋਗੇ ਤੁਸੀਂ ਇਲੈਕਸ਼ਨ ਲੜ, ਜਿੱਦਣ ਸੂਏ ਉਦੋਂ ਸੂਰੀ ਆਏਗਾ। ਮੈਂ ਬਿਨਾਂ ਕਿਸੇ ਵੀ ਚੀਜ਼ ਤੋਂ ਮੈਂ ਆਪਣੇ ਹਿੰਦੂ ਤੱਤਵ ਦੀ ਸੇਵਾ ਕਰ ਰਿਹਾ। ਮੇਰੇ ਇਸ ਆਉਂਦੇ ਨੇ, ਸਿੱਖ ਵੀ, ਮੁਸਲਮਾਨ ਵੀ ਕੰਮ ਕਰਾਉਣ ਆਉਂਦੇ ਨੇ, ਔਰ ਮੈਂ ਕਦੀ ਕਿਸੇ ਨੂੰ ਉਹਦਾ ਧਰਮ ਨਹੀਂ ਪੁੱਛਿਆ ਕਿ ਤੁਸੀਂ ਫਲਾਣੇ ਧਰਮ ਦੇ। ਜਿਹੜਾ ਕੰਮ ਮੈਂ ਉਹਨਾਂ ਦਾ ਕਰਾ ਸਕਦਾ ਵਾਂ, ਚਾਹੇ ਉਹ ਪ੍ਰਸ਼ਾਸਨ ਵੱਲੋਂ ਹੋਣ ਵਾਲਾ ਹੈ ਜਾਂ ਕਿਸੇ ਹੌਸਪੀਟਲ ਦਾ ਜਾਂ ਕੋਈ ਵੀ, ਮੈਂ ਆਪਣੇ ਤੌਰ 'ਤੇ ਉਹਨੂੰ ਪਹਿਲ ਦੀ ਆਧਾਰ ਉੱਪਰ ਕੰਮ ਕਰਾ ਦੇਣਾ। ਮੈਨੂੰ ਕਿਸੇ ਕੋਲੋਂ ਕੋਈ ਲਾਲਚ ਨਹੀਂ, ਕਾਰਨ ਕਿ ਮੈਨੂੰ ਪੈਸੇ ਦੇ ਨਾਲ ਇਸ਼ਕ ਨਹੀਂ ਹੈਗਾ, ਮੈਨੂੰ ਬੰਦੇ ਦੇ ਪਿਆਰ ਤੇ ਦੁਆਵਾਂ ਦੇ ਨਾਲ ਇਸ਼ਕ ਹੈਗਾ। ਕਿਉਂਕਿ ਜਦੋਂ ਮੈਂ ਮਰਨਾ, ਤੁਹਾਡੀਆਂ ਦੁਆਵਾਂ ਤੇ ਮੇਰੇ ਕਰਮ ਮੇਰੇ ਨਾਲ ਉੱਪਰ ਜਾਣੇ ਨੇ, ਨਾ ਕਿ ਨੋਟ ਉੱਪਰ ਜਾਣੇ ਨੇ। ਸੋ ਬਹੁਤ ਬਹੁਤ ਧੰਨਵਾਦ। ਗੱਲਬਾਤ ਕੀਤੀ ਹੈ ਪੰਜਾਬ ਪ੍ਰਧਾਨ ਸੁਧੀਰ ਸੂਰੀ, ਜਿਹੜੇ ਕਿ ਲਗਾਤਾਰ ਵਿਵਾਦਾਂ ਦੇ ਵਿੱਚ ਹੀ ਰਹਿੰਦੇ ਨੇ, ਤੇ ਹੁਣ ਫਿਰ ਇੱਕ ਵਿਵਾਦ ਇਹਨਾਂ ਦੇ ਨਾਲ ਜੁੜ ਗਿਆ ਕਿ ਫੇਸਬੁੱਕ ਦੇ ਉੱਤੇ ਪੋਸਟ ਪਾਈ ਗਈ ਹੈ, ਤੇ ਜਿਹਦੇ ਚੱਕਰ ਦੇ ਵਿੱਚ ਜੇਲ੍ਹ ਜਾਣਾ ਪੈ ਗਿਆ। ਪਰ ਹੁਣ ਦੇਖਣਾ ਹੋਏਗਾ ਕਿ ਮਾਨਯੋਗ ਅਦਾਲਤ, ਕਿਉਂਕਿ ਅਦਾਲਤ ਵਿੱਚ ਇਹ ਹੁਣ ਪੇਸ਼ ਹੋਣ ਲੱਗੇ, ਅਦਾਲਤ ਦੇ ਵਿੱਚ ਜਾਣਗੇ ਨਿਆਂ ਵਾਸਤੇ। ਹੁਣ ਦੇਖਦੇ ਕਿ ਮਾਨਯੋਗ ਅਦਾਲਤ ਕੀ ਇਹਨਾਂ ਦੇ ਸਾਹਮਣੇ ਰਿਜ਼ਲਟ ਰੱਖਦੀ ਹੈ, ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਇਹਨਾਂ ਦੇ ਸਵਾਲ ਨੇ ਕਿ ਮੈਨੂੰ ਦੱਸਿਆ ਜਾਵੇ ਕਿ ਮੈਨੂੰ ਜੇਲ੍ਹ ਕਿਉਂ ਭੇਜਿਆ ਗਿਆ। ਕੈਮਰਾਮੈਨ ਦੀਪਕ ਵਿਜਾਜ ਦੇ ਨਾਲ ਸੁਖਚੈਨ ਸਿੰਘ, ਅੰਮ੍ਰਿਤਸਰ।